बोले सोने हाल सासरी अकाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਠੀਕਰ ਫੋਰ ਦਲੀਸਰ ਪ੍ਰਭੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। तेग बहादुर के चलत प्यो जगत को शोक। है सब जग प्यो। जय 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 सुरलोक। तिलक जंजू राखा प्रभता का किनो बड़ो कलु मैं साका। धर्म हेत साका जन किया सीस दिया पर सिरण न दिया। साधन हेत इति जिन करी सीस दिया पर सी न उचरी। नाटक चेटक किए को काजा प्रभ लोगन कहे आवत लाजा। अज 9वें पातशाह ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਕੋਈ ਹਿੰਦ ਦੀ ਚਾਦਰ, ਕੋਈ ਧਰਮ ਦੀ ਚਾਦਰ ਅਤੇ ਕੋਈ ਸਾਰੀ ਸ੍ਰਿਸ਼ਟੀ ਦੀ ਚਾਦਰ ਇਸ ਨਾਮ ਦੇ ਨਾਲ ਪੁਕਾਰਦੇ ਹਨ, ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਸਮੁੱਚੇ ਸੰਸਾਰ ਭਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ, ਸਤਿਗੁਰੂ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਮਨਾਇਆ ਜਾ ਰਿਹਾ ਹੈ। ਆਓ ਕੁਝ ਸਮੇਂ ਦੇ ਲਈ ਅਕਾਲ ਚੈਨਲ ਦੀਆਂ ਸਾਰੀਆਂ ਸੰਗਤਾਂ, ਅਕਾਲ ਚੈਨਲ ਵੱਲੋਂ ਵੀ ਇਹ ਮਹਾਨ ਉਪਰਾਲਾ ਕੀਤਾ ਗਿਆ ਹੈ ਕਿ ਸਾਹਿਬ ਜੀ ਦੀ ਅਸੀਸ ਸਤਿਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਰਾਹੀਂ ਤੇ ਗੁਰੂ ਇਤਿਹਾਸ ਦੇ ਰਾਹੀਂ ਆਪਾਂ ਪ੍ਰਾਪਤ ਕਰੀਏ। ਸਤਿਗੁਰੂ ਜੀ ਆਪ ਵਿੱਚ ਵਰਤਨ, ਆਪ ਵਿੱਚ ਵਰਤ ਕੇ ਸਤਿਗੁਰੂ ਜੀ ਆਪਣੇ ਇਤਿਹਾਸ ਦੀ, ਗੁਰਬਾਣੀ ਦੀ ਕਥਾ ਆਪ ਕਰਵਾ ਲੈਣ। ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਅਰਦਾਸ ਦੇ ਵਿੱਚ ਨਿਤਾ ਪ੍ਰਤੀ ਆਪਾਂ ਬਚਨ ਦੁਹਰਾਉਂਦੇ ਹਾਂ, ਤੇਗ ਬਹਾਦਰ ਸਿਮਰਿਐ ਘਰ ਨੌਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ। ਸਾਰੇ ਪਿਆਰ ਦੇ ਵਿੱਚ ਆ ਕੇ ਆਖੀਏ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, 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 ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਬੜੇ ਮਹਾਨ ਸ਼ਹੀਦ ਹੋਏ ਨੇ, ਵਿਲੱਖਣ ਸ਼ਹੀਦ ਹੋਏ ਨੇ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਭਰ ਦੇ ਵਿੱਚ ਇੱਕ ਅਲੌਕਿਕ ਐਸੇ ਸ਼ਹੀਦ ਹਨ ਜਿਨ੍ਹਾਂ ਦਾ ਸੰਸਕਾਰ 2 ਹਿੱਸਿਆਂ ਦੇ ਵਿੱਚ ਹੋਇਆ। ਸਤਿਗੁਰੂ ਸਾਹਿਬ ਜੀ ਦੇ ਧੜ ਦਾ ਸੰਸਕਾਰ ਦਿੱਲੀ ਦੇ ਵਿੱਚ, ਜਿੱਥੇ ਅੱਜ ਗੁਰਦੁਆਰਾ ਸਾਹਿਬ ਰਕਾਬਗੰਜ ਸਾਹਿਬ ਹੈ,
ਜੋ ਕਿ ਬਾਬਾ ਲੱਖੀ ਸ਼ਾਹ ਬਨਜਾਰੇ ਦਾ ਘਰ ਸੀ, ਉਸਨੇ ਆਪਣੇ ਘਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਧੜ ਬੜੀ ਵਿਉਂਤ ਦੇ ਨਾਲ ਲਿਆ ਕੇ ਤੇ ਆਪਣੇ ਘਰ ਨੂੰ ਹੀ ਅੱਗ ਲਗਾ ਕੇ ਬਾਹਰ ਰੌਲਾ ਪਾ ਦਿੱਤਾ, ਮੇਰਾ ਘਰ ਸੜ ਗਿਆ, ਮੇਰਾ ਸਾਰਾ ਕੁਝ ਤਬਾਹ ਹੋ ਗਿਆ। ਤੇ ਗੁਰੂ ਸਾਹਿਬ ਜੀ ਦੇ ਧੜ ਦਾ ਸੰਸਕਾਰ ਕੀਤਾ ਤੇ ਸਤਿਗੁਰੂ ਸਾਹਿਬ ਜੀ ਦੇ ਸੀਸ ਦਾ ਜਿਹੜਾ ਸੰਸਕਾਰ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਸੁਭਾਇਮਾਨ ਹੈ। ਇੱਕ ਸੀਸਗੰਜ ਸਾਹਿਬ ਹੈ ਚਾਂਦਨੀ ਚੌਂਕ ਦੇ ਵਿੱਚ, ਜਿੱਥੇ ਸਤਿਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਈ, ਤੇ ਦੂਸਰਾ ਸੀਸਗੰਜ ਸਾਹਿਬ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਪਿਤਾ ਗੁਰਦੇਵ ਜੀ ਦੇ ਸੀਸ ਦਾ ਸੰਸਕਾਰ ਕੀਤਾ। ਸੋ ਵਿਲੱਖਣ ਸ਼ਹੀਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ ਇਤਿਹਾਸ ਤੋਂ ਲਾਲਾ ਦੌਲਤ ਰਾਏ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ। ਕਹਿੰਦਾ ਪਏ ਅੱਜ ਤੱਕ ਇਹ ਤਾਂ ਸੁਣਦੇ ਸਾਂ ਪਏ ਉਲਟੀ ਗੰਗਾ ਵਹਾ ਦੇਣੀ, ਪਰ ਇਸ ਦੇ ਅਰਥ ਪਤਾ ਨਹੀਂ ਸਨ ਤੇ ਉਲਟੀ ਗੰਗਾ ਵਹਾ ਦੇਣੀ ਦੇ ਅਰਥ ਕੀ ਨੇ। ਤੇ ਕਹਿੰਦੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਰ ਵਿਖਾਇਆ। आज तक जेत हुआ है कि कातिल मकतूल के पास जाए, पर जे नहीं कि मकतूल कातिल के पास जाए। धन गुरु तेग बहादुर साहब जी महाराज गिरफ्तारी दे वारंट तां बाद विच साध संगत जी जारी होए ना जी। गुरु तेग बहादुर साहब जी महाराज पहला ही गिरफ्तारी दे वारंट जारी होने तो पहला ही श्री आनंदपुर साहब जी तो दिल्ली वाल नूं चल पे हुए सन। सो ओ गुरु तेग बहादुर साहब जी महाराज सच्चे पातशाह जी, आपां थोड़ा जिहा सतगुरु साहब जी दा बचपन दा इतिहास भी गुरु दी बख्शिश लवांगे। ਜਿਹੜੇ कि गुरु तेग बहादुर साहब जी महाराज इतिहासकारां ने लिखिया है कि जीवन दे विच हੱਸਦੇ बहुत घट सन। कईयां ने लिखिया जीवन दे विच केवल 2 वारी हੱਸੇ, एक वारी उस दिन हੱਸੇ, उस दिन मुस्कराए जिस दिन साहिबे कमाल धन श्री गुरु गोबिंद सिंह जी महाराज जिन्हां दा अवतार पटने दे विच होया ते सतगुरु जी आसाम दे विच ने, ते जिस वेले जन्म होया ते सतगुरु जी हੱਸੇ ਤੇ ਨਾਲ ਦੇ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪੁੱਛਿਆ, ਮਹਾਰਾਜ ਅੱਜ ਹਾਸੇ ਦਾ, ਅੱਜ ਮੁਸਕਰਾਹਟ ਦਾ ਕੀ ਰਾਜ ਹੈ। ਸਾਹਿਬ ਜੀ ਕਹਿਣ ਲੱਗੇ ਅੱਜ ਪਟਨੇ ਦੇ ਵਿੱਚ ਸਾਡੇ ਗ੍ਰਹਿ ਉਹ ਪੈਦਾ ਹੋ ਗਿਆ ਹੈ ਜਿਹੜਾ ਜ਼ਾਲਮਾਂ ਦੇ ਸਿਰ ਭੰਨੇਗਾ। ਤੇ ਇਤਿਹਾਸਕਾਰ ਲਿਖਦੇ ਨੇ ਦੂਸਰੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਵੇਲੇ ਹੱਸੇ ਜਦੋਂ ਚਾਂਦਨੀ ਚੌਂਕ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਅੱਗੇ 3 ਸ਼ਰਤਾਂ ਰੱਖੀਆਂ ਗਈਆਂ ਨਾ, ਵੀ ਇਸਲਾਮ ਦੇ ਵਿੱਚ ਆ ਜਾਵੋ ਜਾਂ ਕੋਈ ਕਰਾਮਾਤ ਦਿਖਾਓ, ਤੇ ਜਦੋਂ ਤੀਸਰੀ ਸ਼ਰਤ ਰੱਖੀ ਨਾ ਜਾਂ ਫਿਰ ਮਰਨ ਦੇ ਵਾਸਤੇ ਤਿਆਰ ਹੋ ਜਾਵੋ। ਜਦੋਂ ਤੀਸਰੀ ਸ਼ਰਤ ਕਾਜੀ ਨੇ ਸਾਹਿਬ ਜੀ ਦੇ ਅੱਗੇ ਰੱਖੀ ਵੀ ਮਰਨ ਦੇ ਵਾਸਤੇ ਤਿਆਰ ਹੋ ਜਾਓ, ਤੇ ਸਤਿਗੁਰੂ ਸਾਹਿਬ ਜੀ ਖਿੜਖੜਾ ਕੇ ਹੱਸ ਪਏ। ਕਾਜੀ ਬੜਾ ਹੈਰਾਨ ਹੋਇਆ, ਕਹਿਣ ਲੱਗੇ ਵੀ ਮੌਤ ਦੀ ਗੱਲ ਸੁਣ ਕੇ, ਮੌਤ ਦਾ ਨਾਮ ਸੁਣ ਕੇ ਤੁਸੀਂ ਹੱਸ ਰਹੇ ਹੋ। ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਾਜੀ ਮੈਂ ਤੇਰੀ ਮੂਰਖਤਾਈ ਤੂੰ ਹੱਸ ਰਿਹਾ ਤੇ ਤੂੰ ਮੌਤ ਦਾ ਡਰ ਦੇਣਾ। ਕਹਿਣ ਲੱਗੇ ਜਦੋਂ ਤੇਰੀ ਆਵੇਗੀ ਤੂੰ ਕੀ ਵਾਪਸ ਕਰ ਦੇਵੇਂਗਾ। ਸਤਿਗੁਰੂ ਜੀ ਕਹਿਣ ਲੱਗੇ ਮੌਤ ਤਾਂ ਅਟਲ ਹੈ, ਅਵਸ਼ ਹੈ। ਤੇ ਸਾਹਿਬ ਜੀ ਕਹਿਣ ਲੱਗੇ ਮੈਂ ਤਾਂ ਸਾਰੀ ਜ਼ਿੰਦਗੀ ਸੋਹਲੇ ਹੀ ਗੀਤ ਹੀ ਮੌਤ ਦੇ ਗਾ ਕੇ ਆਇਆ,
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਜੇਕਰ ਧਿਆਨ ਦੇ ਨਾਲ ਪੜ੍ਹੀਏ ਤੇ ਸਤਿਗੁਰੂ ਜੀ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਵਿੱਚ ਨਾਸ਼ਵਾਨਤਾ ਦਾ, ਸੰਸਾਰ ਦੀ ਨਾਸ਼ਵਾਨਤਾ ਦਾ ਜ਼ਿਕਰ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋ ਸਭ ਲਾਗੇ ਕਿਆ ਦਾਰਾ ਕਿਆ ਮੀਤ, ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ। ਸਤਿਗੁਰੂ ਜੀ ਜਗਤ ਦੀ ਰਚਨਾ ਨੂੰ ਝੂਠੀ ਕਹਿ ਰਹੇ ਨੇ। ਮਿਰਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗਈ। ਤੇ ਸਾਹਿਬ ਜੀ ਕਹਿਣ ਲੱਗੇ ਤੂੰ ਮੈਨੂੰ ਮੌਤ ਦਾ ਡਰ ਦਿੰਦਾ, ਮੌਤ ਦੇ ਡਰਾਵੇ ਦਿੰਦਾ। ਸੋ ਐਸੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਅਵਤਾਰ, ਉਹਨਾਂ ਦਾ ਜਨਮ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਮਾਤਾ ਪਿਤਾ ਜੀ ਕੌਣ ਨੇ? ਪਿਤਾ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਪਿਤਾ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ, ਤੇ ਸਤਿਕਾਰਯੋਗ ਮਾਤਾ ਜੀ ਦਾ ਨਾਮ ਹੈ ਮਾਤਾ ਨਾਨਕੀ ਜੀ। ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੇ, ਧਨ ਧਨ ਗੁਰੂ ਕਾ ਪਿਤਾ ਮਾਤਾ। ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਧਾਨ। ਸਿੱਖ ਰਵਾਇਤਾਂ ਇਹ ਕਹਿੰਦੀਆਂ ਨੇ ਕਿ ਅੰਮ੍ਰਿਤ ਵੇਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦੀਵਾਨ ਸਜਿਆ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਤੇ ਛੇਵੇਂ ਪਾਤਸ਼ਾਹ ਜੀ ਸੰਗਤ ਦੇ ਵਿੱਚ ਬੈਠ ਕੇ ਕੀਰਤਨ ਸੁਣ ਰਹੇ ਨੇ ਕਿ ਇੱਕ ਮੇਵੜੇ ਨੇ, ਇੱਕ ਸਿੱਖ ਨੇ ਆ ਕੇ ਸਤਿਗੁਰੂ ਸਾਹਿਬ ਜੀ ਦੇ ਕੰਨ ਦੇ ਵਿੱਚ ਆਵਾਜ਼ ਦਿੱਤੀ, ਦਸਤਕ ਦਿੱਤੀ ਕਿ ਸਤਿਗੁਰੂ ਤੁਹਾਡੇ ਗ੍ਰਹਿ ਵਿਖੇ ਅੱਜ ਪੰਜਵੇਂ ਸਾਹਿਬਜ਼ਾਦੇ ਦਾ, ਪੰਜਵੇਂ ਪੁੱਤਰ ਦਾ ਜਨਮ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਇਹ ਖਬਰ ਸੁਣੀ ਤੇ ਐਸਾ ਨਹੀਂ ਹੋਇਆ ਕਿ ਖਬਰ ਸੁਣਦਿਆਂ ਹੀ ਸਤਿਗੁਰੂ ਜੀ ਉੱਠ ਪਏ ਹੋਣ। ਦਾਸ ਦੇ ਉਸਤਾਦ ਜੀ ਜਦੋਂ ਕਥਾ ਕਰਦੇ ਸਨ ਨਾ ਜੀ, ਤੇ ਉਹਨਾਂ ਨੇ ਬੜਾ ਪਿਆਰਾ ਬਚਨ ਸੁਣਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਕਥਾ ਕਰਦਿਆਂ। ਕਹਿੰਦੇ ਵੀ ਅੱਜ ਦਾ ਕੋਈ ਦੁਨਿਆਵੀ ਮਨੁੱਖ ਹੁੰਦਾ ਨਾ ਤੇ ਉਹਨੂੰ ਇਹ ਖਬਰ ਮਿਲਦੀ ਵੀ ਘਰ ਪੁੱਤਰ ਨੇ ਜਨਮ ਲਿਆ, ਤੇ ਉਸਨੇ ਆਪ ਹੀ ਨਹੀਂ ਦੋ ਚਾਰ ਹੋਰ ਵੀ ਸੰਗਤ ਵਿੱਚੋਂ ਉਠਾ ਕੇ ਲੈ ਜਾਣੇ ਸਨ ਵੀ ਆਓ ਘਰ ਕਾਕੇ ਨੇ ਜਨਮ ਲਿਆ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਸਾ ਨਹੀਂ ਕੀਤਾ। ਜਦੋਂ ਆਸਾ ਦੀ ਵਾਰ ਦਾ ਕੀਰਤਨ ਸੰਪੂਰਨ ਹੋ ਗਿਆ, ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਸਤਿਗੁਰੂ ਜੀ ਦੇ ਨਾਲ ਬੜੀਆਂ ਪਿਆਰ ਵਾਲੀਆਂ ਸ਼ਖਸੀਅਤਾਂ ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਬਾਬਾ ਬੁੱਢਾ ਸਾਹਿਬ ਜੀ, ਇਹ ਆਏ ਨੇ। ਤੇ ਇੱਕ ਹੋਰ ਗੱਲ ਨੋਟ ਕਰਿਓ ਕਿ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ ਜਿਨ੍ਹਾਂ ਦਾ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਇਆ। ਬਾਕੀ ਕਿਸੇ ਗੁਰੂ ਸਾਹਿਬ ਜੀ ਦਾ ਜਨਮ ਅੰਮ੍ਰਿਤਸਰ ਦੇ ਵਿੱਚ ਨਹੀਂ ਹੋਇਆ। ਗੁਰੂ ਕੇ ਮਹਿਲ, ਗੁਰੂ ਕੇ ਮਹੱਲ, ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੋਲ, ਇਸ ਅਸਥਾਨ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ ਨਾ ਜੀ, ਤੇ ਆਪ ਜੀ ਦੇ ਕੀਤੇ ਦਰਸ਼ਨ, ਆਪ ਜੀ ਦੇ ਕੀਤੇ ਜਦੋਂ ਦੀਦਾਰ, ਤੇ ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਐ ਆਪਣਾ ਸੀਸ ਝੁਕਾ ਦਿੱਤਾ। ਇਹ ਸੀਸ ਝੁਕਾਣਾ ਕੀ ਹੈ? ਉਸ ਵੇਲੇ ਪੁੱਛਿਆ ਭਾਈ ਬਿਧੀ ਚੰਦ ਜੀ ਨੇ, ਭਾਈ ਗੁਰਦਾਸ ਜੀ ਨੇ ਕਿ ਸਤਿਗੁਰੂ ਤੁਹਾਡੇ ਗ੍ਰਹਿ ਵਿਖੇ ਅੱਜ ਕਿਹੜੀ ਐਸੀ ਮਹਾਨ ਸ਼ਖਸੀਅਤ ਪੈਦਾ ਹੋਈ ਹੈ ਕਿ ਨਵ ਜਨਮੇ ਬਾਲਕ ਦੇ ਅੱਗੇ ਤੁਸੀਂ ਆਪਣਾ ਸੀਸ ਝੁਕਾ ਦਿੱਤਾ ਹੈ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਅੱਜ ਆ ਜਿਹੜਾ ਬੇਟਾ ਸਾਡੇ ਘਰ ਜਨਮਿਆ ਹੈ, ਇਹ ਦੁੱਖ ਹਰਨ ਵਾਲਾ ਹੋਵੇਗਾ, ਇਹ ਗਰੀਬ ਦੀ ਰੱਖਿਆ ਕਰਨ ਵਾਲਾ ਹੋਵੇਗਾ, ਇਹ ਧਰਮ ਦੀ ਰੱਖਿਆ ਕਰਨ ਵਾਲਾ ਹੋਵੇਗਾ, ਤੇ ਇਸ ਵਰਗਾ ਮਹਾਨ ਕਾਰਜ ਜੋ ਇਸਨੇ ਕਰ ਜਾਣਾ
ਸੰਸਾਰ ਵਿੱਚ ਨਾ ਕਿਸੇ ਨੇ ਕੀਤਾ ਤੇ ਨਾ ਕੋਈ ਇਸ ਵਰਗਾ ਮਹਾਨ ਕਾਰਜ ਕਰ ਹੀ ਸਕੇਗਾ। ਇਹ ਬਚਨ ਉਸ ਵੇਲੇ ਕਹਿ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਅੱਗੇ ਵਧੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਐ ਆਪਣੇ ਹੱਥਾਂ ਤੇ ਲਿਆ ਤੇ ਕਹਿਣ ਲੱਗੇ, ਸਤਿਗੁਰੂ ਇਹ ਮਹਾਨ ਭਗਤ ਵੀ ਹੋਵੇਗਾ। ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਸਤਿਗੁਰੂ ਜੀ ਇਹ ਫਿਰ ਮਹਾਨ ਯੋਧਾ ਵੀ ਹੋਵੇਗਾ, ਮਹਾਨ ਬਲੀ ਵੀ ਹੋਵੇਗਾ। ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਨ ਵਿਦਵਾਨ ਵੀ ਹੋਵੇਗਾ। ਇਹ ਬਚਨ ਜੰਮਦੇ ਹੀ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ 5 ਸਾਹਿਬਜ਼ਾਦੇ ਨੇ, 5 ਪੁੱਤਰ ਨੇ। ਸਭ ਤੋਂ ਵੱਡੇ ਨੇ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਨੀ ਰਾਏ ਜੀ, ਬਾਬਾ ਸੂਰਜਮਲ ਜੀ, ਤੇ ਸਭ ਤੋਂ ਛੋਟੇ ਨੇ ਆਪ ਜੀ ਦਾ ਨਾਮ ਉਸ ਵੇਲੇ ਇਤਿਹਾਸ ਵਿੱਚ ਆਇਆ ਤਿਆਗਮਲ। ਬਚਪਨ ਦਾ ਨਾਮ ਤਿਆਗਮਲ ਕਰਕੇ ਇਤਿਹਾਸ ਦੇ ਵਿੱਚ ਆਇਆ। ਕਹਿੰਦੇ ਨੇ ਵੱਡੇ ਭਰਾ ਬਾਬੇ ਗੁਰਦਿੱਤੇ ਦਾ ਵਿਆਹ ਸੀ, ਅਜੇ ਤੱਕ ਬਰਾਤ ਚੜ੍ਹਨੀ ਸੀ। ਆਪ ਜੀ ਨੂੰ ਬੜਾ ਸੁੰਦਰ ਚੋਲਾ, ਬੜਾ ਸੁੰਦਰ ਬਸਤਰ, ਪੋਸ਼ਾਕ ਤਿਆਰ ਕਰਕੇ ਦਿੱਤੀ ਮਾਤਾ ਜੀ ਨੇ। ਤੇ ਆਪ ਜੀ ਨੇ ਕੀ ਦੇਖਿਆ, ਇੱਕ ਐਸਾ ਬੱਚਾ, ਇੱਕ ਗਰੀਬ ਬੱਚਾ, ਸਿਆਲ ਦੇ ਦਿਨ ਨੇ, ਸਰਦੀ ਦੇ ਦਿਨ ਨੇ, ਜਿਵੇਂ ਆ ਮਹੀਨਾ ਚੱਲ ਰਿਹਾ ਸਰਦੀ ਦਾ, ਠਰੂ ਠਰੂ ਪਿਆ ਕਰਦਾ ਹੈ। ਤੇ ਸਤਿਗੁਰੂ ਜੀ ਉਸ ਦੇ ਕੋਲ ਚਲੇ ਗਏ, ਕਹਿਣ ਲੱਗੇ ਵੀ ਤੇਰੇ ਕੱਪੜੇ ਫਟੇ ਹੋਏ ਨੇ, ਤੇਰੇ ਬਸਤਰ ਫਟੇ ਹੋਏ ਨੇ, ਤੇ ਤੂੰ ਕੋਈ ਗਰਮ ਕੱਪੜਾ ਨਹੀਂ ਪਾਇਆ ਹੋਇਆ। ਤੇ ਕਹਿਣ ਲੱਗਾ, ਮੈਂ ਬਹੁਤ ਗਰੀਬ ਹਾਂ, ਘਰ ਦੇ ਵਿੱਚ ਗਰੀਬੀ ਬੜੀ ਹੈ, ਮਾਂ ਪਿਓ ਗਰੀਬ ਬੜੇ ਨੇ, ਇੰਨੀ ਗੁੰਜਾਇਸ਼ ਨਹੀਂ ਕਿ ਮਾਂ ਬਾਪ ਮੈਨੂੰ ਕੱਪੜੇ ਲੈ ਕੇ ਦੇ ਸਕਣ। ਸਤਿਗੁਰੂ ਸਾਹਿਬ ਜੀ ਨੇ ਆਪਣੇ ਤਨ ਦਾ ਉਹ ਚੋਲਾ, ਉਹ ਪੋਸ਼ਾਕ ਉਤਾਰੀ ਤੇ ਉਸ ਨੂੰ ਦੇ ਦਿੱਤੀ। ਅਸੀਂ ਜਦੋਂ ਦਾਨ ਕਰਦੇ ਹਾਂ ਨਾ ਜੀ, ਦਾਨ ਵੀ ਸੋਚ ਸਮਝ ਕੇ ਕਰਦੇ ਹਾਂ। ਫਟੇ ਪੁਰਾਣੇ ਨੋਟ ਪਹਿਲਾਂ ਕੱਢਾਂਗੇ, ਪੁਰਾਣੇ ਨੋਟ ਪਹਿਲਾਂ ਕੱਢਾਂਗੇ। ਦਾਨ ਕਰਨ ਵਾਲੇ ਵੀ ਦਾਨ ਕਰਨ ਲੱਗਿਆ ਬੜਾ ਕੁਝ ਸੋਚਦੇ ਨੇ, ਪਰ ਤੇਗ ਬਹਾਦਰ ਸਾਹਿਬ ਜੀ, ਸਤਿਗੁਰੂ ਸਾਹਿਬ ਜੀ ਨੇ ਆਪਣੀ ਉਹ ਪੋਸ਼ਾਕ ਉਤਾਰ ਕੇ, ਪਤਾ ਨਹੀਂ ਉਸ ਦੀ ਬਾਹਰ ਦੀ ਠੰਡ ਉਤਾਰੀ ਕਿ ਉਸ ਦੀ ਅੰਦਰ ਦੀ ਠੰਡ ਵੀ ਉਤਾਰ ਦਿੱਤੀ, ਉਸ ਦਾ ਅੰਦਰ ਵੀ ਸ਼ਾਂਤ ਕਰ ਦਿੱਤਾ। ਤੇ ਜਦੋਂ ਆਏ ਨਾ ਜੀ, ਤੇ ਮਾਤਾ ਨਾਨਕੀ ਜੀ ਕਹਿਣ ਲੱਗੇ, ਲਾਲ ਜੀ ਬੜਾ ਸੁੰਦਰ ਚੋਲਾ ਸੀ, ਬੜੀ ਸੁੰਦਰ ਪੋਸ਼ਾਕ ਸੀ, ਕਿਸ ਨੂੰ ਦੇ ਆਇਓ, ਕਿੱਥੇ ਉਤਾਰ ਆਇਓ? ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਮਾਂ ਕੀ ਮੇਰੇ ਤਨ ਦੇ ਨਾਲੋਂ, ਮੇਰੇ ਸਰੀਰ ਦੇ ਨਾਲੋਂ ਵੀ ਕੀਮਤੀ ਸੀ? ਕਹਿਣ ਲੱਗੇ, ਨਹੀਂ ਲਾਲ ਜੀ, ਤੇਰੇ ਸਰੀਰ ਦੇ ਨਾਲੋਂ, ਤੇਰੇ ਤਨ ਦੇ ਨਾਲੋਂ ਤਾਂ ਕੀਮਤੀ ਨਹੀਂ। ਤੇ ਕਹਿਣ ਲੱਗੇ, ਮਾਂ ਅੱਜ ਤੇ ਕੇਵਲ ਉਹ ਪੋਸ਼ਾਕ ਉਤਾਰੀ ਹੈ ਨਾ, ਐਸਾ ਸਮਾਂ ਆਣਾ ਪਏ ਇਹ ਸਰੀਰ ਰੂਪੀ ਪੋਸ਼ਾਕ ਵੀ ਕਿਸੇ ਦੇ ਭਲੇ ਦੇ ਵਾਸਤੇ ਲਗਾ ਦੇਣੀ। ਇਸੇ ਕਰਕੇ ਠੀਕਰ ਫੋਰ ਦਦਲੇਸਰ ਪ੍ਰਪ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਕਲਗੀਧਰ ਪਾਤਸ਼ਾਹ ਜੀ ਨੇ ਆਪ ਆਪਣੀ ਕਲਮ ਦੇ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਰਗਾ ਮਹਾਨ ਕਰਮ, ਕਲਯੁਗ ਦਾ ਸਭ ਤੋਂ ਵੱਡਾ ਸਾਕਾ ਜੇ ਕੋ ਹੈ ਨਾ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਕਲਯੁਗ ਦਾ ਸਭ ਤੋਂ ਵੱਡਾ ਸਾਕਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ, ਪਿਛਲੇ 100 ਸਾਲ ਦੇ ਵਿੱਚ ਵੀ ਇੰਨਾ ਕਦੇ ਮੀਂਹ ਨਹੀਂ ਪਿਆ, ਪਿਛਲੇ 100 ਸਾਲ ਦੇ ਵਿੱਚ ਇੰਨੀ ਕਦੇ ਮਹਿੰਗਾਈ ਨਹੀਂ ਹੋਈ। ਇਵੇਂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਕਲਯੁਗ ਦੇ ਵਿੱਚ ਸਭ ਤੋਂ ਵੱਡਾ ਸਾਕਾ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਦਾ। ਤੇ ਆਓ, ਸਮਾਂ ਬੜਾ ਸੀਮਤ ਜਿਹਾ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਚਪਨ ਦਾ ਨਾਮ ਤਿਆਗਮਲ, ਤੇ ਜਦੋਂ ਕਰਤਾਰਪੁਰ ਦੀ ਜੰਗ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਲੜੀ ਹੈ ਨਾ ਜੀ, ਤੇ ਉਸ ਵਿੱਚ ਆਪ ਜੀ ਦੀ ਡਿਊਟੀ ਸੀ ਬਜ਼ੁਰਗਾਂ ਅਤੇ ਬੱਚਿਆਂ ਦਾ ਖਿਆਲ ਰੱਖਣਾ। ਤੇ ਜਦੋਂ ਸਤਿਗੁਰੂ ਸਾਹਿਬ ਜੀ ਨੇ ਜੰਗ ਫਤਿਹ ਕਰ ਲਈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਤੋਂ ਬਾਅਦ ਵਿੱਚ ਇਨਾਮ ਵੰਡ ਰਹੇ ਨੇ। ਸਾਰਿਆਂ ਨੂੰ ਜਦੋਂ ਇਨਾਮ ਵੰਡੇ ਗਏ
ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਨਾ ਜੀ ਆਪ ਜੀ ਨੂੰ ਵੀ ਬੁਲਾਇਆ। ਕਹਿਣ ਲੱਗੇ, ਬੇਟਾ ਤਿਆਗ ਮੱਲ, ਮੈਂ ਤੈਨੂੰ ਦੇਖਿਆ ਵੀ ਤੂੰ ਤੇਗ ਦੇ ਬੜੇ ਜੋਹਰ ਦਿਖਾਏ ਨੇ। ਜਿੱਥੇ ਬਾਕੀਆਂ ਨੂੰ ਇਨਾਮ ਵੰਡੇ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਪੁੱਤਰ ਅੱਜ ਤੂੰ ਤੇਗ ਬਹਾਦਰ ਹੈ, ਅੱਜ ਤੂੰ ਤੇਰਾ ਨਾਮ ਤੇਗ ਬਹਾਦਰ ਹੈ। ਤੇ ਨਾਮ ਜਿਹੜਾ ਸੀ ਤੇਗ ਬਹਾਦਰ ਪੈ ਗਿਆ। ਤਿਆਗ ਮੱਲ ਤੂੰ ਤੇਗ ਬਹਾਦਰ ਪੈ ਗਿਆ। ਸਤਿਗੁਰੂ ਸਾਹਿਬ ਜੀ ਦੇ ਕੋਲ ਜਦੋਂ ਕਸ਼ਮੀਰੀ ਪੰਡਤ ਆਏ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ, ਵੀ ਸਤਿਗੁਰੂ ਸਾਡਾ ਤਿਲਕ, ਸਾਡਾ ਜਨੇਊ ਖਤਰੇ ਦੇ ਵਿੱਚ ਹੈ। ਤੇ ਉਸ ਵੇਲੇ ਆਪ ਜੀ ਨੇ ਉਹਨਾਂ ਦੀ ਪੁਕਾਰ ਨੂੰ ਸੁਣ ਕੇ, ਕਲਗੀਧਰ ਪਾਤਸ਼ਾਹ ਜੀ ਵੀ ਐਨ ਉਸ ਸਮੇਂ ਤੇ ਆਏ ਤੇ ਕਹਿਣ ਲੱਗੇ, ਸਤਿਗੁਰੂ ਇਹ ਕੌਣ ਲੋਕ ਨੇ? ਪੁੱਤਰ ਇਹ ਦੁਖੀ ਲੋਕ ਨੇ। ਸਤਿਗੁਰੂ ਕੀ ਦੁੱਖ ਹੈ? ਇਹਨਾਂ ਦਾ ਜਨੇਊ, ਇਹਨਾਂ ਦਾ ਤਿਲਕ, ਇਹਨਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਖਤਰੇ ਦੇ ਵਿੱਚ ਹੈ, ਕਿਵੇਂ ਬਚ ਸਕਦੀ ਹੈ? ਕੋਈ ਮਹਾਨ ਪੁਰਖ ਆਪਣੇ ਸੀਸ ਦਾ ਬਲੀਦਾਨ ਦੇਵੇ ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਜੇ ਸਿਰ ਦੀਏ ਪਰਜਾ ਬਚ ਹੈ ਤੋ ਬਿਨ ਦੇਰੀ ਦਈ ਹੈ, ਨਫੇ ਵਾਰ ਇਸਕੇ ਸਮਸੌਦਾ ਔਰ ਨਾ ਕੋ ਪਕਈ ਹੈ। ਪੌਣੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਨੂੰ ਤੋਰ ਦਿੱਤਾ। ਸਤਿਗੁਰੂ ਸਾਹਿਬ ਜੀ ਇਸ ਤਰ੍ਹਾਂ ਜਦੋਂ ਚੱਲੇ ਨਾ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਆਗਰੇ ਦੇ ਵਿੱਚ, ਇੱਕ ਆਲੀ ਸੀ ਭੇਡਾਂ ਚਰਨ ਵਾਲਾ, ਹਸਨ ਅਲੀ ਜਿਸ ਦਾ ਨਾਮ, ਉਸਨੇ ਸੁਣ ਰੱਖਿਆ ਸੀ ਕਿ ਜੇ ਕੋਈ ਮਹਾਰਾਜ ਨੂੰ ਗ੍ਰਿਫਤਾਰ ਕਰਾਵੇਗਾ ਬੜਾ ਭਾਰੀ ਇਨਾਮ ਮਿਲੇਗਾ। ਤੇ ਸਤਿਗੁਰੂ ਸਾਹਿਬ ਜੀ ਜਦੋਂ ਉੱਥੇ ਬਾਗ ਦੇ ਵਿੱਚ ਠਹਿਰੇ ਨੇ, ਤੇ ਸਤਿਗੁਰੂ ਸਾਹਿਬ ਜੀ ਨੇ ਦੇਖੋ ਉਸ ਭੇਡਾਂ ਚਾਰਨ ਵਾਲੇ ਦੀ ਭਾਵਨਾ ਨੂੰ ਵੀ ਪੂਰਿਆ ਕੀਤਾ। ਉਸ ਨੂੰ ਬੁਲਾਇਆ ਤੇ ਆਪਣਾ ਕਹਿੰਦੇ ਨੇ ਇੱਕ ਬਹੁਤ ਕੀਮਤੀ ਦੁਸ਼ਾਲਾ ਕਹਿੰਦੇ ਨੇ, ਤੇ ਕੋਈ ਕਹਿੰਦੇ ਨੇ ਇੱਕ ਬਹੁਤ ਕੀਮਤੀ ਅੰਗੂਠੀ ਦਿੱਤੀ ਤੇ ਕਹਿਣ ਲੱਗੇ, ਜਾਓ ਕੁਝ ਖਾਣ ਵਾਸਤੇ ਸਾਡੇ ਵਾਸਤੇ ਲੈ ਕੇ ਆਓ। ਤੇ ਜਦੋਂ ਲੈ ਕੇ ਗਿਆ, ਕਹਿਣ ਲੱਗੇ ਵੀ ਇੰਨੀ ਸੁੰਦਰ ਅੰਗੂਠੀ ਕਿੱਥੋਂ ਮਿਲੀ ਹੈ? ਬਾਹਰ ਬਾਗ ਦੇ ਵਿੱਚ ਕੋਈ ਆਏ ਨੇ, ਉਹਨਾਂ ਦੇ ਕੋਲ ਜਦੋਂ ਆਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਸਤਿਗੁਰੂ ਜੀ ਕਹਿਣ ਲੱਗੇ, ਪਹਿਲਾਂ ਇਸ ਦਾ ਇਨਾਮ ਇਸ ਨੂੰ ਦੇਵੋ। ਉੱਥੇ ਆਗਰੇ ਦੇ ਵਿੱਚ ਮਾਈ ਥਾਨ ਗੁਰਦੁਆਰਾ ਵੀ ਹੈ, ਜਿਸ ਨੇ ਸਤਿਗੁਰੂ ਵਾਸਤੇ ਬਸਤਰ ਤਿਆਰ ਕੀਤੇ ਸਨ। ਦਿੱਲੀ ਪ੍ਰੇਤ ਵਾਲੀ ਹਵੇਲੀ ਦੇ ਵਿੱਚ ਰੱਖਿਆ ਗਿਆ। ਸਤਿਗੁਰੂ ਜੀ ਦੇ ਸਾਹਮਣੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ। ਤੇ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਜਦੋਂ ਇਹ 3 ਸਿੱਖ ਸ਼ਹੀਦ ਹੋਏ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪ੍ਰੇਤ ਵਾਲੀ ਹਵੇਲੀ ਦੇ ਵਿੱਚ ਰੱਖਿਆ ਗਿਆ। ਉੱਥੇ ਲੋਹੇ ਦੇ ਪਿੰਜਰੇ ਦੇ ਵਿੱਚ ਰੱਖਿਆ ਗਿਆ। ਤੇ ਸਤਿਗੁਰੂ ਸਾਹਿਬ ਜੀ ਦੇ ਅੱਗੇ 3 ਸ਼ਰਤਾਂ ਰੱਖੀਆਂ ਗਈਆਂ ਵੀ ਜਾਂ ਇਸਲਾਮ ਨੂੰ ਕਬੂਲ ਕਰ ਲਓ, ਜਾਂ ਕੋਈ ਕਰਾਮਾਤ ਵਿਖਾਓ, ਜਾਂ ਫਿਰ ਮੌਤ ਦੇ ਵਾਸਤੇ ਤਿਆਰ ਹੋ ਜਾਓ। ਕਾਜੀ ਆਇਆ, ਕਾਜੀ ਕਹਿਣ ਲੱਗਾ, ਮੈਂ ਖਾਨਦਾਨੀ ਕਾਜੀ ਹਾਂ, ਤੇ ਨਾ ਸਮਝੀ ਵੀ ਮੈਂ ਫਤਵਾ ਦੇਵਾਂਗਾ ਕਿ ਮੈਂ ਡਰ ਜਾਵਾਂਗਾ, ਮੇਰੇ ਹੱਥ ਕੰਬ ਜਾਣਗੇ। ਜਲਾਦ ਆਇਆ, ਜਲਾਲੁਦੀਨ ਕਹਿਣ ਲੱਗਾ, ਮੈਂ ਖਾਨਦਾਨੀ ਜਲਾਦ ਹਾਂ। ਇਹ ਨਾ ਸਮਝਿਓ, ਇਹ ਨਾ ਸੋਚਿਓ ਵੀ ਜਦੋਂ ਮੈਂ ਤੁਹਾਡਾ ਸੀਸ ਧੜ ਤੋਂ ਲੱਗ ਕਰਾਂਗਾ ਮੇਰੇ ਹੱਥ ਕੰਬ ਜਾਣਗੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਫਿਰ ਤਾਂ ਸਬੱਬ ਹੀ ਬੜਾ ਵਧੀਆ ਬਣਿਆ। ਜੇ ਤੂੰ ਖਾਨਦਾਨੀ ਜਲਾਦ ਹੈ ਤੇ ਮੈਂ ਖਾਨਦਾਨੀ ਸ਼ਹੀਦ ਹਾਂ। ਤੇ ਕਾਜੀ ਨੂੰ ਕਹਿਣ ਲੱਗੇ, ਆ ਤੇਰਾ ਕਾਜੀ ਪੁਣੇ ਦੀ ਆ ਤੇਰੀ ਪਦਵੀ ਨਹੀਂ ਰਹੇਗੀ, ਪਰ ਮੇਰੇ ਅੰਦਰ ਆ ਸਿੱਖੀ ਜਗਤ ਦੇ ਅੰਦਰ ਆ ਸਿੱਖੀ ਦਾ ਸ਼ਹੀਦਾਂ ਵੋਟਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਸਤਿਗੁਰੂ ਸਾਹਿਬ ਜੀ ਨੂੰ 11 ਨਵੰਬਰ 1675 ਈਸਵੀ ਨੂੰ ਸਤਿਗੁਰੂ ਸਾਹਿਬ ਜੀ ਦੇ ਸ਼ਹੀਦ ਕੀਤਾ ਗਿਆ। ਸਤਿਗੁਰੂ ਸਾਹਿਬ ਜੀ ਦਾ ਜਿਹੜਾ ਸੀਸ ਹੈ ਉਹ ਭਾਈ ਜੇਤਾ ਜੀ ਰੰਗਰੇਟਾ ਗੁਰੂ ਕਾ ਬੇਟਾ ਇਹ ਲੈ ਕੇ ਤੇ ਆਨੰਦਪੁਰ ਸਾਹਿਬ ਪਹੁੰਚਦੇ ਨੇ। ਬੜਾ ਲੰਬਾ ਸਫ਼ਰ ਹੈ ਸਤਿਗੁਰੂ ਸਾਹਿਬ ਜੀ ਦਾ ਸੀਸ, ਇਹ ਨਹੀਂ ਪਏ ਇੱਕ ਦਿਨ ਦੇ ਵਿੱਚ ਆ ਗਿਆ, ਕੁਝ ਘੰਟਿਆਂ ਦੇ ਵਿੱਚ ਆ ਗਿਆ, ਕਈ ਪੜਾਅ ਕੀਤੇ। ਤੇ ਸਤਿਗੁਰੂ ਸਾਹਿਬ ਜੀ ਦੇ ਧੜ ਦਾ ਸੰਸਕਾਰ ਲੱਖੀ ਸ਼ਾਹ ਬੰਜਾਰੇ ਨੇ ਕੀਤਾ, ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ। ਸੋ ਅੱਜ ਸਤਿਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ। ਮਨ ਲੋਚਿਆ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਸਿਰ ਦੀਜੈ
ਬਾਹ ਨਾ ਛੋੜੀਐ। ਬਾਹੀਂ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹ ਨਾ ਛੋੜੀਐ। ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ। ਨਮਸਕਾਰ ਤਾਂ ਕੋ ਲਖ ਵਾਰ ਇਹ ਮਨ ਦੀਜੈ ਤਾਂ ਕੋ ਵਾਰ। ਅਕਾਲ ਚੈਨਲ ਦੀਆਂ ਜਿੰਨੀਆਂ ਸੰਗਤਾਂ ਹਨ, ਜਿੰਨੀਆਂ ਸਿੱਖ ਸੰਗਤਾਂ, ਜਿੰਨੀ ਮਨੁੱਖਤਾ ਹੈ, ਸਾਰਿਆਂ ਵੱਲੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਲੱਖ ਲੱਖ ਵਾਰੀ ਨਮਸਕਾਰ ਪ੍ਰਣਾਮ ਹੈ। ਤੇ ਸਤਿਗੁਰੂ ਜੀ ਕਿਰਪਾ ਕਰੋ ਸੰਸਾਰ ਦੇ ਅੰਦਰ ਆ ਜਿਹੜੀ ਬਿਮਾਰੀ ਕਰੋਨਾ ਵਾਇਰਸ, ਸਤਿਗੁਰੂ ਜੀ ਕਿਰਪਾ ਕਰੋ ਇਹਨੂੰ ਮਾਤ ਪਾਓ, ਇਹਦਾ ਵੀ ਖਾਤਮਾ ਕਰੋ ਮਹਾਰਾਜ ਜੀ, ਤੇ ਇਹ ਤੋਂ ਛੁਟਕਾਰਾ ਦਿਵਾਓ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ। ਲੱਖ ਲੱਖ ਵਾਰੀ ਨਮਸਕਾਰ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले